ਹੈਲੋ एवरीवन वेलकम टू इंजीनियर्स करियर पॉइंट ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਆਪਾਂ ਪੜਨ ਜਾ ਰਹੇ ਹਾਂ ਇੰਗਲਿਸ਼ ਦਾ ਇੱਕ ਬਹੁਤ ਇੰਪੋਰਟੈਂਟ ਟੌਪਿਕ ਦੈਟ ਇਜ਼ ਆਰਟੀਕਲਸ। ਜਿਹੜੇ ਵੀ ਇੰਗਲਿਸ਼ ਦੇ ਕੰਪੋਨੈਂਟਸ ਆ ਜਾਂਦੇ ਆ, ਜਿਵੇਂ ਤੁਸੀਂ ਛੋਟੇ ਹੁੰਦੇ ਪੜ੍ਹਦੇ ਸੀਗੇ ਪਾਰਟਸ ਆਫ ਸਪੀਚ ਦੇ ਬਾਰੇ, ਪਾਰਟਸ ਆਫ ਸਪੀਚ ਡਿਫਰੈਂਟ ਤਰ੍ਹਾਂ ਤੁਸੀਂ ਪੜ੍ਹਦੇ ਸੀਗੇ, ਨਾਊਨਸ, ਪ੍ਰੋਨਾਊਨਸ, ਐਡਜੈਕਟਿਵਸ ਹੋ ਗਏ, ਆਰਟੀਕਲਸ ਹੋ ਗਏ, ਤੁਹਾਡੇ ਇਹਦੇ 'ਚ ਟੈਂਸਸ ਆ ਗਏ, ਹਰ ਚੀਜ਼ ਜਿਵੇਂ ਵਰਬ, ਐਡਵਰਬ ਆਪਾਂ ਨੂੰ ਯਾਦ ਸਭ ਕੁਝ ਹੈ, ਬਟ ਇੱਕ ਰੀਕੈਪ ਹੋਣਾ ਬਹੁਤ ਜ਼ਰੂਰੀ ਹੈ। ਤੇ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਵਿੱਚ ਜਿਵੇਂ ਤੁਸੀਂ PSSB ਜਾਂ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ, ਉਹਦੇ ਵਿੱਚ ਕੁਝ ਰੂਲਸ ਹੁੰਦੇ ਆ ਜੋ ਆਪਾਂ ਅਪਲਾਈ ਕਰਨੇ ਹੁੰਦੇ ਆ। ਹੁਣ ਮੈਂ ਇਹਦੇ ਵਿੱਚ ਇੱਕ ਪੋਰਸ਼ਨ ਲੈ ਕੇ, ਜਿਵੇਂ ਅੱਜ ਆਰਟੀਕਲਸ ਦਾ, ਕੱਲ੍ਹ ਨੂੰ ਤੁਹਾਡੇ ਵਾਸਤੇ ਨਾਊਨ ਪ੍ਰੋਨਾਊਨ ਦਾ ਕੋਲੈਬੋਰੇਟ ਕਰਕੇ ਇੱਕ ਪੋਰਸ਼ਨ ਕਰਦੇ ਜਾਵਾਂਗੇ। ਉਹਦੇ ਬੇਸਿਸ ਤੇ ਤੁਹਾਡਾ ਸਪੋਟਿੰਗ ਐਰਰਸ ਹੋ ਗਿਆ, ਸੈਂਟੈਂਸ ਕੰਪਲੀਸ਼ਨ ਹੋ ਗਿਆ, ਆ ਸਾਰੇ ਟੌਪਿਕਸ ਇਕੱਠੇ ਹੁੰਦੇ ਜਾਣਗੇ। ਬਟ ਤੁਸੀਂ ਇੰਨਾ ਸ਼ੋਰ ਕਰਨਾ ਕਿ ਅੱਜ ਸਾਰੇ ਦੀ ਡਾਕੂਮੈਂਟੇਸ਼ਨ ਰੈਡੀ ਹੋਏਗੀ। ਡਾਕੂਮੈਂਟੇਸ਼ਨ ਹੋਏਗੀ, ਉਹਨੂੰ ਤੁਸੀਂ ਡਾਊਨਲੋਡ ਕਰਨਾ ਹੈ ਐਂਡ ਡਾਕੂਮੈਂਟੇਸ਼ਨ ਦੇ ਬੇਸਿਸ ਤੇ ਕੁਝ ਕੁਐਸਚਨਸ ਵੀ ਹੋਣਗੇ, ਪ੍ਰੈਕਟਿਸ ਟੈਸਟ ਵੀ ਹੋਣਗੇ, ਉਹਨਾਂ ਤੁਸੀਂ ਸੋਲਵ ਕਰਨਾ ਨਹੀਂ ਭੁੱਲਣਾ। ਸੈਕੰਡ ਚੀਜ਼, ਕੋਈ ਵੀ ਕੁਆਇਰੀ ਹੈ, ਕੋਈ ਰੂਲ ਦੇ ਰਿਗਾਰਡਿੰਗ ਹੈ, ਉਹ ਤੁਸੀਂ WhatsApp ਜਾਂ ਫਿਰ ਤੁਸੀਂ ਇੱਥੇ ਐਗਜ਼ੀਕਿਊਟਿਵ ਨੂੰ WhatsApp ਮੈਸੇਜ ਭੇਜ ਸਕਦੇ ਹੋ, ਜਾਂ ਫਿਰ ਤੁਸੀਂ ਡਾਇਰੈਕਟਲੀ ਕਮੈਂਟਸ ਵਿੱਚ ਪੁੱਛ ਸਕਦੇ ਹੋ ਐਂਡ ਆਈ ਵਿਲ ਬੀ ਹੈਲਪਿੰਗ ਯੂ ਆਊਟ ਕਿ ਕਿੱਦਾਂ ਇਹਨੂੰ ਸੋਲਵ ਕਰ ਸਕਦੇ ਹਾਂ। ਬਾਇਲਿੰਗੁਅਲ ਲੈਂਗੁਏਜ ਰਹੇਗੀ, ਇੰਗਲਿਸ਼ ਤਾਂ ਓਬਵੀਅਸਲੀ ਮੈਂ ਯੂਜ਼ ਕਰੂੰਗੀ ਨਾਲ ਮੈਂ ਤੁਹਾਨੂੰ ਈਜ਼ੀ ਵੇ ਨਾਲ ਉਸੇ ਚੀਜ਼ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰਦੀ ਹਾਂ। ਹੁਣ ਆਪਾਂ ਸ਼ੁਰੂ ਕਰਦੇ ਹਾਂ। ਤੇ ਆਹ ਤੁਹਾਡੇ ਸਪੋਟਿੰਗ ਐਰਰਸ ਹੋ ਗਿਆ ਜਾਂ ਸੈਂਟੈਂਸ ਕੰਪਲੀਸ਼ਨ ਹੋ ਗਿਆ। ਪਹਿਲਾਂ ਜਿਵੇਂ ਮੈਂ ਤੁਹਾਨੂੰ ਪਾਰਟਸ ਆਫ ਸਪੀਚ ਦੱਸ ਰਹੀ ਸੀ, ਜੇ ਤੁਸੀਂ ਗੂਗਲ ਕਰੋਗੇ ਪਾਰਟਸ ਆਫ ਸਪੀਚ ਤੁਹਾਨੂੰ ਡਿਫਰੈਂਟ ਟਾਈਪਸ ਹੀ ਮਿਲਦੇ ਆ। ਮਤਲਬ ਕਿਸੇ 'ਚ 6 ਕੈਟੇਗਰੀਜ਼, 8 ਕੈਟੇਗਰੀਜ਼, 9 ਕੈਟੇਗਰੀਜ਼, ਤੁਸੀਂ ਬਹੁਤ ਚੀਜ਼ਾਂ ਨੇ। ਪਾਰਟਸ ਆਫ ਸਪੀਚ ਕਿਉਂ ਕਿਹਾ ਜਾਂਦਾ? ਜਦੋਂ ਆਪਾਂ ਬੋਲਦੇ ਆ, ਆਪਣੇ ਬੋਲਣ ਦਾ ਢੰਗ ਹੈ, ਕੋਈ ਵੀ ਸੈਂਟੈਂਸ ਯੂਜ਼ ਕਰਦੇ ਆ, ਉਹਦੇ ਵਿੱਚ ਆਪਾਂ ਨਾਊਨ ਵੀ ਯੂਜ਼ ਕਰਦੇ ਆ, ਉਹਦੇ ਵਾਸਤੇ ਕੋਈ ਵਰਬ ਲੱਗਦਾ ਹੈ, ਨਾਲ ਆਪਾਂ ਕੋਈ ਉਹਦੇ ਵਾਸਤੇ ਐਡਜੈਕਟਿਵ ਲਗਾਉਂਦੇ ਆ। ਜਿਵੇਂ ਸ਼ੀ ਇਜ਼ ਵੈਰੀ ਬਿਊਟੀਫੁਲ, ਸ਼ੀ ਕੀ ਆ ਗਿਆ? ਇੱਕ ਤੁਹਾਡਾ ਪ੍ਰੋਨਾਊਨ ਆ ਗਿਆ। ਇਜ਼ ਕੀ ਆ ਗਿਆ? ਤੁਹਾਡਾ ਹੈਲਪਿੰਗ ਵਰਬ ਆ ਗਿਆ। ਵੈਰੀ ਕੀ ਆ ਗਿਆ? ਤੁਹਾਡਾ ਐਡਵਰਬ ਆ ਗਿਆ। ਬਿਊਟੀਫੁਲ ਕੀ ਆ ਗਿਆ? ਤੁਹਾਡਾ ਐਡਜੈਕਟਿਵ ਆ ਗਿਆ। ਮਤਲਬ ਇਸ ਤਰ੍ਹਾਂ ਨਾਲ ਜਦੋਂ ਵੀ ਆਪਾਂ ਕੋਈ ਸੈਂਟੈਂਸ ਨੂੰ ਬੋਲਦੇ ਆ, ਉਹਨੂੰ ਆਪਾਂ ਡਿਫਰੈਂਟ ਪਾਰਟਸ 'ਚ ਡਿਵਾਈਡ ਕੀਤਾ ਹੁੰਦਾ, ਤਾਂ ਕਰਕੇ ਉਹਨੂੰ ਆਪਾਂ ਪਾਰਟਸ ਆਫ ਸਪੀਚ ਕਹਿੰਦੇ ਆ। ਪਹਿਲੀ ਚੀਜ਼ ਆ ਤੁਹਾਡੀ ਸਿਰਫ ਜਨਰਿਕ ਨੌਲੇਜ ਵਾਸਤੇ ਸੀਗਾ। ਹੁਣ ਮੈਂ ਸ਼ੁਰੂ ਕਰ ਰਹੀ ਹਾਂ ਆਰਟੀਕਲਸ। ਜਦੋਂ ਵੀ ਤੁਹਾਡਾ ਟਰਮ ਆ ਜਾਏ, ਆਰਟੀਕਲਸ ਕੀ ਹੁੰਦਾ ਹੈ, ਤਿੰਨ ਚੀਜ਼ਾਂ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ। ਆਰਟੀਕਲਸ ਨੂੰ ਡਿਟਰਮਿਨਰਸ ਵੀ ਕਹਿੰਦੇ ਨੇ, ਕਿਉਂਕਿ ਇਹ ਕਿਸੇ ਚੀਜ਼ ਨੂੰ ਡਿਟਰਮਿਨ ਕਰਦੇ ਆ, ਕਿਸੇ ਚੀਜ਼ ਦੇ ਬਾਰੇ ਦੱਸਦੇ ਆ। ਆਰਟੀਕਲਸ ਤਿੰਨ ਤਰ੍ਹਾਂ ਦੇ ਹੁੰਦੇ ਆ, ਏ, ਐਨ ਤੇ ਦੀ। ਏ ਐਨ ਆਰਟੀਕਲ ਜਿਹੜੇ ਹੁੰਦੇ ਆ, ਉਹ ਹੁੰਦੇ ਆ ਇਨਡੈਫੀਨਿਟ ਆਰਟੀਕਲ। ਮਤਲਬ ਜਦੋਂ ਆਪਾਂ ਕਿਸੇ ਚੀਜ਼ ਬਾਰੇ ਸ਼ੋਰ ਨਹੀਂ ਆ, ਕੱਚਾ ਪੱਕਾ, ਉਦੋਂ ਆਪਾਂ ਏ ਤੇ ਐਨ ਨੂੰ ਯੂਜ਼ ਕਰਦੇ ਹਾਂ। ਦੀ ਮਤਲਬ ਕੋਈ ਚੀਜ਼ ਦੀ ਬਹੁਤ ਬਾਰੇ ਸ਼ੋਰਿਟੀ ਹੈ। ਜੇ ਮੈਂ ਕਹਾਂ ਮੈਂ ਬਾਜ਼ਾਰ ਗਈ ਤੇ ਮੈਂ ਉੱਥੇ ਇੱਕ ਕੁੜੀ ਨੂੰ ਦੇਖਿਆ, ਮਤਲਬ ਆਈ ਸੌ ਅ ਗਰਲ ਇਨ ਦ ਮਾਰਕੀਟ, ਕਿਉਂਕਿ ਮੈਨੂੰ ਨਹੀਂ ਪਤਾ ਉਹ ਕੁੜੀ ਕੌਣ ਹੈ, ਮੈਨੂੰ ਸ਼ੋਰਿਟੀ ਨਹੀਂ ਹੈਗੀ ਹੈ। ਉਸ ਤੋਂ ਬਾਅਦ ਮੈਨੂੰ ਯਾਦ ਆਉਂਦਾ ਕਿ ਅੱਛਾ ਆਹ ਤਾਂ ਉਹੀ ਕੁੜੀ ਹੈ ਜਿਹੜੀ ਮੇਰੀ ਫਰੈਂਡ ਦੀ ਸਿਸਟਰ ਸੀਗੀ, ਜਾਂ ਕੋਈ ਵੀ ਲਗਾ ਲਓ। ਮਤਲਬ ਮੈਂ ਦੂਜੇ ਕੇਸ 'ਚੋਂ ਕੁੜੀ ਬਾਰੇ ਸ਼ੋਰ ਹੋ ਗਈ। ਤਾਂ ਦ ਗਰਲ ਜੋ ਮੈਨੂੰ ਜਾਣਦੀ ਸੀਗੀ, ਪਹਿਲਾਂ ਕੀ ਆ ਗਿਆ? ਆਈ ਸੌ ਅ ਗਰਲ ਇਨ ਦ ਮਾਰਕੀਟ। ਦ ਗਰਲ ਵਾਜ਼ ਸਟੈਂਡਿੰਗ ਅੰਡਰ ਦ ਟਰੀ ਇਜ਼ ਮਾਈ ਸਿਸਟਰਸ ਫਰੈਂਡ। ਮਤਲਬ ਦੂਜੇ ਕੇਸ 'ਚ ਆਪਾਂ ਕੀ ਹੋ ਗਏ? ਸ਼ੋਰ ਹੋ ਗਏ। ਤਾਂ ਇਹਦਾ ਮਤਲਬ ਤੁਸੀਂ ਇੰਨਾ ਯਾਦ ਰੱਖ ਲਓ, ਤਿੰਨ ਤਰ੍ਹਾਂ ਦੇ ਆਰਟੀਕਲਸ ਹੁੰਦੇ ਨੇ, ਏ, ਐਨ ਤੇ ਦੀ। ਏ ਤੇ ਐਨ ਜਿਹੜੇ ਹੁੰਦੇ ਆ ਆਪਣੇ ਇਨਡੈਫੀਨਿਟ ਆਰਟੀਕਲਸ ਹੁੰਦੇ ਆ, ਕਿਉਂਕਿ ਆਪਾਂ ਕਿਸੇ ਕੱਚੇ ਪੱਕੇ ਚੀਜ਼ ਬਾਰੇ ਸੋਚ ਰਹੇ ਹਾਂ। ਦੀ ਆਰਟੀਕਲ ਮਾਰਕ ਕਰਦਾ ਹੈ ਸ਼ੋਰਿਟੀ ਨੂੰ, ਜਦੋਂ ਆਪਾਂ ਬਹੁਤ ਜ਼ਿਆਦਾ ਸ਼ੋਰ ਆ ਕਿਸੇ ਚੀਜ਼ ਬਾਰੇ, ਉਹਦੇ ਵਾਸਤੇ ਆਪਾਂ ਦੀ ਆਰਟੀਕਲ ਯੂਜ਼ ਕਰਦੇ ਹਾਂ। ਪਹਿਲੇ ਇੰਨੀ ਚੀਜ਼ ਮਾਈਂਡ ਤੇ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਆ ਜਾਂਦਾ ਉਹੀ ਚੀਜ਼, ਆ ਡਿਟਰਮਿਨਰ ਵੀ ਹੁੰਦੇ। ਕਿਉਂ? ਕਿਉਂਕਿ ਆ ਕਿਸੇ ਚੀਜ਼ ਨੂੰ, ਕਿਸੇ ਨਾਊਨ ਨੂੰ, ਕਿਸੇ ਚੀਜ਼ ਨੂੰ ਪੁਆਇੰਟ ਆਊਟ ਕਰਦੇ ਆ। ਤੇ ਜਦੋਂ ਕਿਸੇ ਚੀਜ਼ ਨੂੰ ਪੁਆਇੰਟ ਆਊਟ ਕਰ ਰਿਹਾ, ਦੈਟ ਇਜ਼ ਵਾਈ ਇਹਨਾਂ ਨੂੰ ਡਿਟਰਮਿਨਰਸ ਵੀ ਕਿਹਾ ਜਾਂਦਾ ਹੈ। ਜਿਵੇਂ ਹੁਣ ਇੱਥੇ ਦਿੱਤਾ ਹੈ, ਰਾਹੁਲ ਰੋਟ ਅ ਲੈਟਰ ਟੂ ਹਿਜ਼ ਸਿਸਟਰ। ਉਹਨੇ ਆਪਣੇ ਸਿਸਟਰ ਨੂੰ ਇੱਕ ਲੈਟਰ ਲਿਖਿਆ। ਇੱਕ ਲੈਟਰ ਲਿਖਿਆ, ਕੋਈ ਪੱਕੀ ਚੀਜ਼ ਤਾਂ ਨਹੀਂ ਹੈ, ਆਪਾਂ ਲਾਤਾ। ਪਰ ਮੈਂ ਅਗਰ ਕਰਾਂ ਕਿ ਕੋਈ ਵੀ ਸੈਂਟੈਂਸ ਬੋਲਦੀ ਹਾਂ, ਦ ਬੁੱਕ, ਜਿਹੜੀ ਆਹ ਵਾਲਾ ਬੁੱਕ ਪਈ ਹੈ, ਆਹ ਮੇਰੀ ਹੈ, ਤਾਂ ਮੈਂ ਇੱਕ ਸ਼ੋਰਿਟੀ ਦੇ ਰਹੀ ਹਾਂ। ਦ ਬੁੱਕ ਜੋ ਟੇਬਲ ਤੇ ਪਈ ਹੈ, ਦੈਟ ਇਜ਼ ਮਾਈਨ। ਸੋ ਦ ਕੀ ਆ ਗਿਆ? ਸ਼ੋਰਿਟੀ। ਆ ਕੁਛ ਐਗਜ਼ਾਮਪਲਸ ਹੈ, ਜਦੋਂ ਤੁਸੀਂ ਇਹਨੂੰ ਰੀਡ ਕਰੋਗੇ ਤੁਸੀਂ ਇਹਦੇ ਚੋਂ ਸਿਰਫ ਐਗਜ਼ਾਮਪਲਸ ਲੈ ਸਕਦੇ ਹੋ। ਐਨ ਕਿੱਥੇ ਲੱਗਦਾ? ਹੁਣ ਏ ਦੀ ਮੈਂ ਤੁਹਾਨੂੰ ਗੱਲ ਦੱਸਤੀ, ਹੁਣ ਆਪਾਂ ਕਰਦੇ ਹਾਂ ਐਨ ਦੀ ਗੱਲ। ਐਨ ਜਿਵੇਂ ਆਪਾਂ ਛੋਟੇ ਹੁੰਦੇ ਕੁਝ ਸਾਊਂਡਸ ਪੜ੍ਹੇ ਸੀਗੇ, ਕੰਸੋਨੈਂਟ ਸਾਊਂਡਸ ਹੁੰਦੀ ਹੈ, ਵੋਲ ਸਾਊਂਡਸ ਹੁੰਦੀ ਹੈ। ਕੰਸੋਨੈਂਟ ਸਾਊਂਡਸ ਤੇ ਵੋਲ ਸਾਊਂਡਸ ਕੀ ਆਉਂਦਾ ਸੀਗਾ? ਤੁਸੀਂ ਲਗਾ ਲਓ, ਵੋਲ ਕਿਹੜੇ ਹੁੰਦੇ ਸੀ ਤੁਹਾਡੇ? ਏ, ਆਈ, ਈ, ਓ ਤੇ ਯੂ, ਆ ਜਾਂਦੇ ਸੀ ਵੋਲਸ ਆਪਣੇ। ਪਰ ਇਹਨਾਂ ਵੋਲ ਨੂੰ ਆਪਾਂ ਕੀ ਕਹਿੰਦੇ ਸੀਗੇ? ਆ ਜਿਹੜੇ ਵੋਲ ਹੁੰਦੇ ਨੇ, ਆ ਵੋਲਸ ਦੀ ਸਾਊਂਡਸ ਆਪਾਂ ਨੂੰ ਹੋਣੀ ਚਾਹੀਦੀ ਹੈ। ਹੁਣ ਮੈਂ ਜਿਵੇਂ ਕਹਾਂ, ਅਗਰ ਵਰਡ ਹੈ ਯੂਨੀਵਰਸਿਟੀ, ਠੀਕ ਹੈ, ਯੂਨੀਵਰਸਿਟੀ ਵਰਡ ਹੈ, ਯੂਨੀਵਰਸਿਟੀ ਵਰਡ 'ਚ ਤੁਸੀਂ ਕਹੋਗੇ ਕਿ ਮੈਮ ਇਹਦੇ ਨਾਲ ਤਾਂ ਆਪਾਂ ਲਾਵਾਂਗੇ ਐਨ ਲਾਵਾਂਗੇ, ਕਿਉਂਕਿ ਆ ਤਾਂ ਆ ਗਿਆ ਵੋਲ ਤੋਂ ਸਟਾਰਟ ਹੁੰਦਾ ਪਿਆ, ਐਨ ਤਾਂ ਲੱਗਣਾ ਸੀਗਾ। ਪਰ ਜੇ ਆਪਾਂ ਹਿੰਦੀ 'ਚ ਜਾਂ ਪੰਜਾਬੀ 'ਚ ਸਾਊਂਡ ਦੇਖਦੇ ਹਾਂ, ਯੂਨੀਵਰਸਿਟੀ, ਯਾ ਇਹ ਦੀ ਸਾਊਂਡ ਆਉਂਦੀ ਪਈ ਆਪਣੀ, ਤੇ ਜਦੋਂ ਆਪਾਂ य ਦੀ ਸਾਊਂਡ ਲਾਣਾ ਪਿਆ, ਆਪਾਂ ਕੀ ਲਾਣਾ ਹੈ ਇਹਦੇ ਨਾਲ? ਅ ਯੂਨੀਵਰਸਿਟੀ, ਠੀਕ ਹੈ, ਅ ਯੂਨੀਵਰਸਿਟੀ ਆ ਜਾਂਦਾ ਹੈ। ਤਾਂ ਕਰਕੇ ਹੁਣ ਮੈਂ ਅਗਰ ਕਹਾਂ ਆਰ ਹੈ, ਆਰ ਕੀ ਆ ਗਿਆ?
ਆਰ ਹੈ, ਇਹਨੂੰ ਬੋਲ ਕੇ ਵੇਖੋ ਆ ਦੀ ਆਵਾਜ਼ ਆ ਰਹੀ ਹੈ, ਤੇ ਆ ਦੀ ਆਵਾਜ਼ ਤਾਂ ਇਹਦੇ ਵਿੱਚ ਹੈ ਨਾ, ਆ ਦੀ ਆਵਾਜ਼ ਆ ਰਹੀ ਹੈ ਤਾਂ ਆਪਾਂ ਕਿਹੜਾ ਲਗਾਉਣਾ ਇਹਦੇ ਨਾਲ, ਐਨ ਲਗਾਉਣਾ ਹੈ। ਆ ਕੁਝ ਐਕਸੈਪਸ਼ਨਸ ਹੁੰਦੀਆਂ ਨੇ। ਲੇਕਿਨ ਮੈਂ ਅਗਰ ਕਹਾਂ ਬॉय, ਬॉय ਤਾਂ ਕੀ ਆ ਗਿਆ, ਅ ਬॉय। ਮੈਂ ਅਗਰ ਕਹਾਂ ਮੈਨ, ਅ ਮੈਨ। ਅਗਰ ਮੈਂ ਕਹਾਂ ਗਰਲ, ਅ ਗਰਲ। ਮਤਲਬ ਆ ਤੁਹਾਨੂੰ ਫਰਕ ਪਤਾ ਹੋਣਾ ਚਾਹੀਦਾ ਕਿ ਕਿੱਧਰ ਵॉल ਸਾਊਂਡਸ ਹੈ, ਵॉल ਕਿੰਨੇ ਨੇ, ਏ ਆਈ ਈ ਓ ਯੂ। ਨੋਟ ਕਰਦੇ ਰਹੋ। ਪਰ ਇਹਦੇ 'ਚ ਆਪਾਂ ਹੁਣ ਇਕੱਲੇ ਵॉल ਨਹੀਂ ਦੇਖਣੇ, ਆਪਾਂ ਉਹਨਾਂ ਦੀ ਸਾਊਂਡਸ ਨੂੰ ਦੇਖਣੇ। ਜੇ ਮੈਂ ਯੂਨੀਵਰਸਿਟੀ ਪੁੱਛਾਂ, ਹੁਣ ਮੈਂ ਤੁਹਾਨੂੰ ਯੂਰੋਪੀਅਨ ਪੁੱਛਦੀ ਹਾਂ, ਯੂਰੋਪੀਅਨ ਨਾਲ ਕੀ ਆਏਗਾ, ਮੈਨੂੰ ਕਮੈਂਟਸ 'ਚ ਦੱਸਿਓ ਕਿ ਯੂਰੋਪੀਅਨ ਨਾਲ ਕੀ ਆਏਗਾ। ਤੁਹਾਨੂੰ ਮੈਂ 3 ਸੈਂਟੈਂਸਸ ਦੇ ਦਿਆਂ, ਯਾਦ ਰੱਖਣਾ। ਯੂਰੋਪੀਅਨ 'ਚ ਕੀ ਆਏਗਾ, ਚੈੱਕ ਕਰਦੇ ਆ। ਦੂਜਾ ਮੈਂ ਤੁਹਾਨੂੰ ਭੇਜਦੀ ਹਾਂ, ਵਨ ਆਈਡ ਮੈਨ ਨਾਲ ਕੀ ਆਏਗਾ। ਪਹਿਲਾਂ ਸੋਚ ਲਓ ਆਪਣੇ ਦਿਮਾਗ 'ਚ ਕੀ ਇਹਨਾਂ ਨਾਲ ਆਏਗਾ। ਯੂ ਵ ਦੀ ਸਾਊਂਡ, ਵ ਦੀ ਸਾਊਂਡ ਆ ਹੈ। ਹਿੰਟ ਸੀਗੇ ਤੁਹਾਡੇ ਵਾਸਤੇ। ਇਹਨੂੰ ਤੁਹਾਨੂੰ ਅੱਗੇ ਜੇ ਤੁਸੀਂ ਬਹੁਤ ਚੰਗੀ ਤਰ੍ਹਾਂ ਪੜੋਗੇ ਤੁਹਾਨੂੰ ਇਹ ਸਾਰੀ ਚੀਜ਼ਾਂ ਕਲੀਅਰ ਹੋਣ ਲੱਗ ਜਾਣਗੀਆਂ। ਇੰਟੈਲੀਜੈਂਟ ਹੈ, ਇੰਟੈਲੀਜੈਂਟ ਨਾਲ ਈ ਦੀ ਸਾਊਂਡ ਹੈ, ਈ ਦੀ ਸਾਊਂਡ ਨਾਲ ਤਾਂ ਐਨ ਹੀ ਲੱਗਣਾ ਹੈ, ਤਾਂ ਇੰਟੈਲੀਜੈਂਟ ਨਾਲ ਕੀ ਹੋ ਗਿਆ, ਐਨ ਆ ਗਿਆ। ਉਸੇ ਤਰ੍ਹਾਂ ਬਿਊਟੀਫੁਲ ਹੈ, ਬ ਲੱਗ ਗਿਆ। ਹੁਣ ਇਹਦੇ ਵਿੱਚ ਹੁਣ ਕੋਈ ਅੱਗੇ ਆ ਚੀਜ਼ ਆਉਂਦੀ ਹੈ। ਪਹਿਲਾਂ ਆਪਾਂ ਸਿਰਫ ਇਨਡੈਫੀਨਿਟ ਆਰਟੀਕਲਸ, ਆ ਤੁਹਾਡਾ ਸਿਰਫ ਐਕਸਟਰਾ ਦੱਸਿਆ ਹੋਇਆ ਹੈ। ਡੈਫੀਨਿਟ ਆਰਟੀਕਲਸ ਕਿਹੜੇ ਹੁੰਦੇ, ਇਨਡੈਫੀਨਿਟ ਕਿਹੜੇ ਹੁੰਦੇ ਆ, ਆਪਾਂ ਕਰ ਲਿਆ। ਹੁਣ ਆਪਾਂ ਨੂੰ ਯਾਦ ਹੈ, ਇਨਡੈਫੀਨਿਟ ਹੋ ਗਏ ਏ ਤੇ ਐਨ ਹੋ ਗਏ, ਤੇ ਡੈਫੀਨਿਟ ਹੋ ਗਿਆ ਆਪਣਾ ਦੀ ਹੋ ਗਿਆ। ਇਨਡੈਫੀਨਿਟ ਆਰਟੀਕਲ ਲੱਗਦਾ ਹੈ ਕੋਈ ਕੱਚੀ ਪੱਕੀ ਚੀਜ਼ ਵਾਸਤੇ, ਜਾਂ ਫਿਰ ਜਦੋਂ ਆਪਾਂ ਕਿਸੇ ਚੀਜ਼ ਬਾਰੇ ਸ਼ੋਰ ਨਹੀਂ ਹਾਂ, ਜਾਂ ਫਿਰ ਤੁਸੀਂ ਕਰ ਸਕਦੇ ਹੋ ਜਦੋਂ ਵੀ ਵॉल ਸਾਊਂਡ ਆਉਂਦੀ ਹੈ ਉਹਦੇ ਨਾਲ ਐਨ ਲੱਗਦਾ ਹੈ, ਕੰਸੋਨੈਂਟ ਸਾਊਂਡ ਲੱਗਦੀ ਹੈ ਉਹਦੇ ਨਾਲ ਅ ਲੱਗਦਾ ਹੈ। ਹਾਲ ਤੱਕ ਆਪਾਂ ਇੰਨੀ ਡਿਸਕਸ਼ਨ ਕੀਤੀ ਹੈ। ਹੁਣ ਉਹੀ ਚੀਜ਼ ਦੁਬਾਰਾ ਇੰਗਲਿਸ਼ ਲਿਖੀ ਗਈ ਹੈ। A and an are called indefinite articles because they refer in general and indefinite way to the noun that comes after them। ਹੁਣ ਉਹੀ ਚੀਜ਼ ਹੈ, ਆ ਸਾਰੇ ਤੁਹਾਡੇ ਐਗਜ਼ਾਮਪਲਸ ਹੈ, ਤੁਸੀਂ ਇਹਨਾਂ ਤੇ ਲੁੱਕ ਲੈ ਲੈਣਾ ਜਦੋਂ ਵੀ ਤੁਸੀਂ ਇਹਨੂੰ ਡਾਕੂਮੈਂਟੇਸ਼ਨ ਨੂੰ ਡਾਊਨਲੋਡ ਕਰੋਗੇ। ਹੁਣ ਆ ਜਾਂਦੀ ਹੈ ਕਿ ਆਪਣਾ ਡੈਫੀਨਿਟ ਆਰਟੀਕਲਸ ਕਿੱਥੇ ਯੂਜ਼ ਹੋਏਗਾ। ਪਹਿਲਾਂ ਆਪਾਂ ਦੇਖਦੇ ਹਾਂ ਏ ਤੇ ਐਨ ਦਾ ਯੂਸੇਜ ਕਿੱਥੇ ਆਣਾ ਹੈ। ਇੱਥੋਂ ਸ਼ੁਰੂ ਕਰਨਾ ਆਪਾਂ ਹੁਣ ਮੇਨ। ਆ ਤੁਹਾਨੂੰ ਮੈਂ ਕਰਾਤਾ ਹੈ ਇਨੀਸ਼ੀਅਲ ਸਾਊਂਡ, ਵॉल ਸਾਊਂਡਸ ਕਿਹੜੀ ਲਿਖੀਆਂ ਹੋਈਆਂ, ਕੰਸੋਨੈਂਟ ਸਾਊਂਡ ਇਹਦੇ ਤੋਂ ਸਿਵਾਏ ਆ ਜਾਂਦੀ ਹੈ। ਤੁਸੀਂ ਟਿਕ ਕਰ ਦੇਣਾ ਜਿਵੇਂ ਤੁਸੀਂ ਇਹਨੂੰ ਰਿਵਾਈਜ਼ ਕਰੋਗੇ, ਡਾਊਨਲੋਡ ਕਰੋਗੇ। ਹੁਣ ਕੁਝ ਰੂਲਸ ਨੇ, ਉਹੀ ਚੀਜ਼ ਕਿ ਏ ਦੀ ਸਾਊਂਡ ਕਿੱਥੇ ਹੈ, ਐਨ ਦੀ ਸਾਊਂਡ ਕਿੱਥੇ ਹੈ। ਆ ਸਾਰੇ ਰੂਲਸ ਤੁਹਾਨੂੰ ਮੈਂ ਇਕੱਠੇ ਹੀ ਦੱਸਦੇ ਬਿਲਕੁਲ ਸਟਾਰਟ 'ਚ, ਠੀਕ ਹੈ। ਹੁਣ ਬੇਸਿਕ ਆ ਜਾਂਦਾ ਹੈ ਤੁਹਾਡਾ ਇੰਪੋਰਟੈਂਟ ਪਾਰਟ, ਇੱਥੋਂ ਸ਼ੁਰੂ ਹੁੰਦਾ ਹੈ। ਦਿਸ ਇਜ਼ ਅ ਸਟਾਰ 1। ਇੱਥੋਂ ਬਹੁਤ ਧਿਆਨ ਨਾਲ ਪੜ੍ਹਨਾ ਕਿਉਂਕਿ ਇੱਥੋਂ ਮੈਂ ਇੱਕ ਇੱਕ ਚੀਜ਼ ਤੁਹਾਨੂੰ ਬਰੀਫਲੀ ਬਹੁਤ ਧਿਆਨ ਨਾਲ ਦੱਸਣ ਵਾਲੀ ਹਾਂ। ਉਸ ਤੋਂ ਸਿਵਾਏ ਡਾਕੂਮੈਂਟੇਸ਼ਨ ਮੈਂ ਵਾਰ-ਵਾਰ ਬੋਲਦੀ ਪਈ ਹਾਂ ਕਿਉਂਕਿ ਮੈਂ ਤੁਹਾਨੂੰ ਸੌਖੀ ਤਰੀਕੇ ਨਾਲ ਯਾਦ ਕਰਵਾ ਰਹੀ ਹਾਂ। ਇੱਕ ਵਾਰੀ ਇਹਨੂੰ ਵੀ ਪੜ੍ਹ ਲਓਗੇ ਤੁਹਾਡਾ ਪ੍ਰੋਪਰ ਇੱਕ ਪਾਰਟ ਪ੍ਰੋਪਰ ਤਿਆਰ ਹੋ ਜਾਏਗਾ, ਠੀਕ ਹੈ। ਹੁਣ ਆ ਜਾਓ ਯੂਜ਼ ਆਫ ਡੈਫੀਨਿਟ ਆਰਟੀਕਲ। ਦੀ ਕਿੱਥੇ ਲੱਗਦਾ ਹੈ, ਦੀ ਮੈਂ ਪਹਿਲਾਂ ਹੀ ਕਹਿਤਾ ਜਦੋਂ ਕਿਸੇ ਚੀਜ਼ ਬਾਰੇ ਤੁਸੀਂ ਬਹੁਤ ਸ਼ੋਰ ਹੋ ਉਹਦੇ ਤੇ ਦੀ ਲੱਗਦਾ ਹੈ। ਪਹਿਲੀ ਬੁੱਕ ਆ ਗਈ ਜਿਵੇਂ ਕਿਸੇ ਪਰਸਨ, ਪਲੇਸ ਜਾਂ ਚੀਜ਼ ਬਾਰੇ ਕੋਈ ਤੁਸੀਂ ਕਹਿ ਦਿੰਦੇ ਹੋ 7 ਵੰਡਰਸ ਹੈ ਜਾਂ ਤਾਜ ਮਹਿਲ, ਦੀ ਤਾਜ ਮਹਿਲ ਇੱਕ ਹੀ ਹੈ ਨਾ। ਨਿਊਜ਼ਪੇਪਰ ਦੀ ਗੱਲ ਕਰ ਲਓ, ਦ ਟ੍ਰਿਬਿਊਨ, ਦੀ ਹਿੰਦੂ, ਕੋਈ ਵੀ ਪਰਟੀਕੂਲਰ ਨਿਊਜ਼ਪੇਪਰ ਦੀ ਗੱਲ ਆ ਗਈ। ਹੁਣ ਮੈਂ ਤੁਹਾਨੂੰ ਇੱਕ ਬਹੁਤ ਇੰਪੋਰਟੈਂਟ ਚੀਜ਼ ਦੱਸ ਰਹੀ ਹਾਂ। ਜਿਵੇਂ ਅਗਰ ਮੈਂ ਕਹਾਂ ਕਿਸੇ ਦੇ ਨਾਮ ਨਾਲ ਰੋਹਨ ਹੋ ਗਿਆ ਜਾਂ ਰਾਮ ਹੋ ਗਿਆ ਜਾਂ ਸ਼ਾਮ ਹੋ ਗਿਆ, ਸ਼ਾਮ ਇਜ਼ ਅ ਗੁੱਡ ਬॉय ਜਾਂ ਰਾਮ ਇਜ਼ ਅ ਗੁੱਡ ਬॉय, ਠੀਕ ਹੈ। ਨਾਮ ਦੇ ਅੱਗੇ ਦੀ ਨਹੀਂ ਲੱਗਦਾ। ਪਰ ਅਗਰ ਆਪਾਂ ਕਹੀਏ ਦੀ ਕਾਲੀਦਾਸ, ਦੀ ਸਚਿਨ ਤੰਦੂਲਕਰ, ਆ ਕਿਉਂ ਲੱਗਦਾ ਹੈ? ਇਹਦਾ ਇੱਕ ਸੌਖਾ ਤਰੀਕਾ ਹੈ। ਜੇ ਮੈਂ ਕਹਿਣਾ ਹੋਵੇ ਅੱਜ ਜਿਵੇਂ ਹੁਣ ਤੁਸੀਂ ਰੀਸੈਂਟਲੀ ਆਪਾਂ ਵਰਲਡ ਕੱਪ ਦੇਖਿਆ ਸੀਗਾ, ਉਹਦੇ ਵਿੱਚ ਬਹੁਤ ਲੋਕੀ ਕਹਿ ਰਹੇ ਸੀਗੇ ਜਿਵੇਂ ਵਿਰਾਟ ਕੋਹਲੀ ਨੂੰ ਦੀ ਸਚਿਨ ਤੰਦੂਲਕਰ ਕਹਿੰਦੇ ਨੇ। ਕਿਉਂ? ਜਦੋਂ ਆਪਾਂ ਕਿਸੇ ਬੰਦੇ ਦਾ ਨਾਮ ਕਿਸੇ ਨੂੰ ਡਿਨੋਟ ਕਰਨ ਵਾਸਤੇ ਕਿਸੇ ਦੇ ਐਡਜੈਕਟਿਵ ਵਿੱਚ ਯੂਜ਼ ਕਰਦੇ ਆ ਉਦੋਂ ਸਿਰਫ ਦੀ ਲੱਗਦਾ ਹੈ, ਅਦਰਵਾਈਜ਼ ਕੀ ਲੱਗਦਾ, ਅਦਰਵਾਈਜ਼ ਉਹ ਸਿੰਪਲ ਹੀ ਰਹਿੰਦਾ ਹੈ। ਜਿਵੇਂ ਮੈਂ ਕਹਾਂ ਵਿਰਾਟ ਕੋਹਲੀ ਇਜ਼ ਨੋਨ ਐਸ ਦੀ ਸਚਿਨ ਤੰਦੂਲਕਰ, ਠੀਕ ਹੈ। ਜਦੋਂ ਆਪਾਂ ਕਿਸੇ ਨੂੰ ਡੈਜ਼ਿਗਨੇਟ ਕਰਦੇ ਹਾਂ, ਜਾਂ ਸ਼ੇਕਸਪੀਅਰ ਇਜ਼ ਦੀ ਕਾਲੀਦਾਸ, ਕਾਲੀਦਾਸ ਇਜ਼ ਦੀ ਸ਼ੇਕਸਪੀਅਰ, ਮਤਲਬ ਜਦੋਂ ਆਪਾਂ ਕਿਸੇ ਪਰਸਨ ਨੂੰ ਕਿਸੇ ਦੇ ਨਾਮ ਨਾਲ ਡਿਨੋਟ ਕਰਦੇ ਹਾਂ ਉਹਨੂੰ ਆਪਾਂ ਕਹਿੰਦੇ ਆ ਉਦੋਂ ਦੀ ਲੱਗਦਾ ਹੈ, ਅਦਰਵਾਈਜ਼ ਨਾਮ ਦੇ ਅੱਗੇ ਕੋਈ ਵੀ ਆਰਟੀਕਲ ਨਹੀਂ ਲੱਗਦਾ ਹੈ। ਤਾਂ ਚੀਜ਼ ਯਾਦ ਰੱਖਣਾ ਦੀ ਆਰਟੀਕਲ ਕਿੱਥੇ ਲੱਗਦਾ ਹੈ, ਜਾਂ ਤਾਂ ਕੋਈ ਪ੍ਰੋਪਰ ਪਲੇਸ ਹੋਵੇ, ਜਿਵੇਂ ਮੈਂ ਕਹਾਂ ਕਿ ਕੋਈ ਵੀ ਟਾਊਨ ਦਾ ਨਾਮ ਹੈ, ਜਾਂ ਫਿਰ ਕੋਈ ਆ ਜਾਂਦਾ ਨਿਊਜ਼ਪੇਪਰ ਦਾ ਨਾਮ ਆ ਜਾਂਦਾ ਹੈ, ਜਾਂ ਫਿਰ ਤੁਸੀਂ ਕਹਿ ਸਕਦੇ ਹੋ ਕਿਸੇ ਨੂੰ ਆਪਾਂ ਡੈਜ਼ਿਗਨੇਟ ਕੀਤਾ ਹੈ, ਉਦੋਂ ਆਪਾਂ ਦੀ ਆਰਟੀਕਲ ਲਗਾਉਂਦੇ ਆ, ਠੀਕ ਹੈ। ਦ ਗਰਲ ਇਨ ਦ ਬਲੂ ਜੀਨਸ ਇਜ਼ ਮਾਈ ਫਿਆਂਸੇ, ਜਦੋਂ ਮੈਂ ਕਿਸੇ ਨੂੰ ਸਪੈਸੀਫਿਕ ਕਰਤਾ ਆਹੀ ਕੁੜੀ ਹੈ ਜਿਹੜੀ ਮੇਰੀ ਫਿਆਂਸੇ ਹੈ। ਪੁੱਟ ਦ ਬੁੱਕ ਔਨ ਦ ਟੇਬਲ, ਜਦੋਂ ਮੈਂ ਬੁੱਕ ਦੀ ਗੱਲ ਕੀਤੀ, ਜਾਂ ਫਿਰ ਮੇਰੇ ਕੋਲ ਆ ਵਾਲਾ ਹੈ। ਪੁੱਟ ਦਿਸ ਮਾਰਕਰ, ਜਦੋਂ ਮੈਂ ਦਿਸ ਮਾਰਕਰ ਦੀ ਗੱਲ ਕਰਾਂ ਜਾਂ ਪੁੱਟ ਦ ਮਾਰਕਰ ਔਨ ਦ ਟੇਬਲ, ਮਤਲਬ ਹੈ ਕਿਸੇ ਪੱਕੇ ਮਾਰਕਰ ਦੀ ਗੱਲ ਕਰ ਰਹੀ ਹਾਂ।
ਸੈਕੰਡ ਰੂਲ ਆ ਗਿਆ ਟੂ ਰੈਫਰ ਟੂ ਸਿੰਗੂਲਰ ਨਾउन when it is represented as a whole class। ਜਦੋਂ ਆਪਾਂ ਕਿਸੇ ਨੂੰ ਕਲੈਕਟਿਵ ਨਾउन, ਕੋਈ ਕਲੈਕਟਿਵ ਨਾउन ਆ ਗਿਆ, ਅਗਰ ਮੈਂ ਕਹਾਂ ਜਿੰਨੇ ਵੀ ਰੋਜ਼ ਹੈ ਸਾਰੇ ਬਹੁਤ ਸੋਹਣੇ ਸਮੈਲ ਕਰਦੇ ਆ, ਤਾਂ ਦ ਰੋਜ਼ ਔਨ ਦ ਬਿਹਾਫ ਆਫ ਐਵਰੀ ਰੋਜ਼ ਫਲਾਰ ਇਟ ਸਮੈਲ ਸਵੀਟ, ਤਾਂ ਦੀ ਰੋਜ਼ ਆ ਗਿਆ। ਦੀ ਕਾਓ ਇਜ਼ ਅ ਵੈਰੀ ਯੂਜ਼ਫੁਲ ਐਨੀਮਲ, ਮਤਲਬ ਮੈਂ ਜਦੋਂ ਸਾਰੇ ਕਾਊਜ਼ ਦੀ ਗੱਲ ਕਰ ਰਹੀ ਹਾਂ, ਜਿੰਨੀ ਵੀ ਕਾਊਜ਼ ਨੇ ਉਹ ਸਾਰੀ ਦੀ ਸਾਰੀ ਯੂਜ਼ਫੁਲ ਐਨੀਮਲ ਨੇ। ਦੀ ਵੇਲ ਯੀਲਡਸ ਹਿਊਜ ਕੁਆਂਟੀਟੀਜ਼ ਆਫ ਆਇਲ, ਮਤਲਬ ਜਿੰਨੀ ਵੀ ਵੇਲਸ ਆ ਜਾਂਦੀ ਹੈ ਸਾਰੀ ਦੀ ਸਾਰੀ ਹਿਊਜ ਕੁਆਂਟੀਟੀਜ਼ ਆਫ ਆਇਲ ਦਿੰਦੀਆਂ। ਦਿਸ ਇਜ਼ ਪਰਟੀਕੂਲਰ ਥਿੰਗ। ਜਦੋਂ ਆਪਾਂ ਕਿਸੇ ਕਮਿਊਨਿਟੀ ਦੀ ਗੱਲ ਕਰਦੇ ਹਾਂ, ਕਲੈਕਟਿਵ ਗੱਲ ਕਰਦੇ ਹਾਂ, ਉਦੋਂ ਵੀ ਆਰਟੀਕਲ ਦੀ ਲੱਗਦਾ ਹੈ। ਥਰਡ ਆ ਜਾਂਦਾ ਬਿਫੋਰ ਅ ਕਾਮਨ ਨਾउन ਵਿਚ ਇਜ਼ ਯੂਨੀਕ। ਸੂਰਜ ਇੱਕ ਹੈ, ਠੀਕ ਹੈ। ਹੁਣ ਇਹਦੇ 'ਚ ਇੱਕ ਚੀਜ਼ ਤੁਸੀਂ ਇਹਦੇ 'ਚ ਮੈਂ ਜਾਣ ਕੇ ਲਿਖੀ ਸੀ, ਦੀ ਅਰਥ। ਬਹੁਤ ਕੇਸਿਸ 'ਚ ਦੀ ਅਰਥ ਲਿਖਿਆ ਆਉਂਦਾ ਕਿਤਾਬਾਂ ਤੇ, ਲੇਕਿਨ ਨਾਰਮਲੀ ਆਪਾਂ ਕੀ ਕਰਨਾ ਹੈ, ਅਗਰ ਸੂਰਜ ਹੈ, सूरज क्या आ जाता है, एक है, डी लगेगा दे नाल। मून है, स्पेसिफिक है, एक है, डी लगेगा दे नाल। प्लैनेट्स बड़े तरह दे अपने कोल, बहुत तरह दे प्लैनेट्स है। अगर आप चलिए मरकरी, वीनस, अर्थ, जुपिटर, सैटर्न, यूरेनस, मतलब जिन्ने भी प्लैनेट्स आ जाते हैं आ हुण बहुत सारे आप खुद ही डिवाइड किए, किस्मा नाम डिवाइड किया आप, तो इन्ना अगे कोई भी आर्टिकल नहीं लगेगा। मैं तुहानूं 3 रूल्स दसूंगी। पहला ए एन कित्थे लगदा है, डी कित्थे लगदा है, किते भी कोई आर्टिकल नहीं लगता, तो जिन्ने भी प्लैनेट्स नाम है उत्थे कोई आर्टिकल नहीं लगेगा। यूनिवर्स है, इको यूनिवर्स है ना, मिल्की वे गैलेक्सी, द मिल्की वे गैलेक्सी। मतलब जो तुहाडे दिमाग च इको ही चीज़ याद आवे, जो सूरज याद आंदा, इको ही सूरज याद आंदा ना, 4-5 तो नहीं याद आंदे, तो जो किसी पक्की चीज़ की गल होगी आपां दी आर्टिकल लगाता। उस तो बाद आंदा रूल नंबर 4, वही चीज़ है, जो रिवर्स का नाम, कैनाल्स का नाम, ओशनस का नाम, डेजर्ट्स का नाम, दी सहारा डेजर्ट, दी बे ऑफ बंगाल, कोई भी नाम आ जाए तुहाडा, दी अंडमान्स, दी मालदीव्स, दी निकोबार्स, दी गंगा, दी गोदावरी, द इंडियन ओशन, द एटलांटिक ओशन, कोई भी ओशन का नाम है, कोई भी माउंटेन का नाम है, द अल्प्स, वो सारे के अगे की आएगा, दी आर्टिकल आ जाएगा। 5th रूल आ जाता जिस आप कहने कोई भी प्लेसिस है, जोग्राफिकल, हिस्टोरिकल या पॉलिटिकल। हुण आप कहने दी पंजाब, अगर आप किसी जोग्राफिकल नूं मैंशन कर रहे हो, तो आप मार्किंग कर रहे हैं, उवें आप की यूज़ करांगे इन्हां दे अगे, या डी डेक्कन प्लेटू आ गया अपना, दमन एंड दीऊ आ गया, दी दमन एंड दीऊ, इन्हां दे अगे भी आर्टिकल डी लगदा अपना। 6th आ जाता है जो भी आप किसी रैलीजियस बुक्स की गल करते हैं, कोई भी बुक आ जाती है, रामायणा एक गल आती है, द रामायणा, द महाभारत, कोई भी एपिक की गल आती है, कोई भी दी बाइबल, कोई भी अपनी तुसी कह सकते हो बुक आती है जो रैलीजियस परपज़ से है, बहुत तुसी मन्नी जाती है, वो वास्ते भी क्या लगेगा, आर्टिकल दी लगेगा। 7th आ गया कोई भी न्यूज़पेपर हो गया, मैगजीन हो गया, जर्नल हो गया, इन्होंने सब के आगे मैं तुहानूं पहलां ही दस्सिया दी आर्टिकल लगता पाया। 8वां तुसीं बहुत इंपॉर्टेंट याद रखना है, एडजैक्टिव्स होंदे ने। एडजैक्टिव्स की होंदे, जे मैं कहां वो बहुत सोहनी है, सोहनी एडजैक्टिव है, ठीक है। वो मुंडा बहुत चंगा है, चंगा की है, एडजैक्टिव है, ठीक है। आ कोई भी चीज़ है, मतलब आप किसी नूं एक ट्रेट दे रहे, आप उहदी खूबी बारे दस रहे, किसी नाउन की प्रोनाउन की खूबी बारे दसना, वो कोई भी चीज़ हो सकती है, जिवें आ चीज़ है हुण आ काले रंग की है, तो काला की आ गया, इहदे च एडजैक्टिव आ गया, ठीक है। तो जो मैं एडजैक्टिव की गल कर रही हाँ, इस तुसीं की याद रखना है कि जो आप कोई डिग्री होंदी है ना, एक मैं कहनी हाँ जिवें ब्यूटीफुल मैं डिग्री यूज़ करा, तो एक आ गया ब्यूटीफुल, दूजा आ गया मोर ब्यूटीफुल, तीजा आ गया मोस्ट ब्यूटीफुल। आप छोटे होंदे डिग्रीज करिया सी एडजैक्टिव्स दी, मैं अलग लैक्चर भी लूँगी ये, दैट इज़ एक तुहाडी आ जाती पॉजिटिव डिग्री, दैन इज योर कंपैरेटिव डिग्री, लास्ट इज योर सुपरलेटिव डिग्री। जो पॉजिटिव डिग्री आ जाए दैट इज ब्यूटीफुल, मोर ब्यूटीफुल इज योर कंपैरेटिव डिग्री, एंड लास्ट इज योर सुपरलेटिव डिग्री। उसी तरह नाल तुसी दी बेस्ट, दी मोस्ट एंड दी रेयरेस्ट, जो भी तुसी सुपरलेटिव डिग्री की गल करते हो, तुसी की आ जाता तुहाडे कोल थर्ड, दैट इज सुपरलेटिव डिग्री आ गई, उहदे च भी आर्टिकल दी लगेगा। आ चीज़ नहीं भुलनी तुसी। 9वां रूल आ जाता है तुहाडा, जो आप कहने दो एडजैक्टिव्स नो जो कॉमा या पंचुएशन मार्क लगती है, तो दो सेंटेंसेस, एक सेंटेंस दो पार्ट्स से डिवाइड हो गया। द कूलर यू गो, या फिर द हायर यू गो, द कूलर इट इज, हायर कूलर दोनों की हो गए कंपैरेटिव डिग्री, अगे द लग गया तो पिछे भी द लगेगा। मतलब जे विच पंचुएशन मार्क है, एक स्टेटमेंट दो भागों च वंडी हुई है, जे पहले पार्ट च एक कंपैरेटिव डिग्री है, दूजे च भी कंपैरेटिव डिग्री है, तो दोनों नाल ही की आएगा, द लगेगा। मतलब तुसी बिफोर एडजैक्टिव्स इन कंपैरेटिव डिग्री सेम चलोगे, द मोर ही अर्नस द मोर हिज वाइफ, हुण मोर मोर लग गया, द मोर द मैरियर, मतलब कंपैरेटिव डिग्री नाल भी द लगदा है। उस तो बाद बिफोर एडजैक्टिव्स इन कंपैरेटिव डिग्री व्हेन वन ऑफ द टू इज रेफर्ड, हुण रोहित इज बेटर ऑफ द टू स्टूडेंट्स, मतलब जो दो लगदा सी आपां नूं पता बिटवीन लगदा है, आ भी एक रूल वखरे आउणगे। पर इहदे च की आ गया, जो एक बंदे नूं दो विचों स्पैसीफिक किया जाता है, उदों भी दी आर्टिकल लगता है। आ बहुत इंपॉर्टेंट नहीं है रूल दसना,
बट कदी कदी बहुत रेयर पेपरां च आया अज तक। उस तो बाद आंदा बिफोर एन एडजेक्टिव विच इज यूज्ड एज प्लूरल नाउन एंड स्टैंड्स फॉर अ क्लास। मैं पहले ही दसता तुहानूं पुअर वास्ते आ गए, हैंडीकैप वास्ते आ गए, पूरी कम्युनिटी की गल कर रहे हैं, द पुलिस की गल कर रहे हैं, द रिच की गल कर रहे हैं, द पुअर की गल कर रहे हैं। जो मैं सारे पुअर गरीबां की गल कर रही हाँ, सारे रिच लोगों की गल कर रही हाँ, उदों दी लग जाता है उन्हां दे नाल। मतलब कोई भी कलैक्टिव नाउन है उहदे नाल दी लग जाएगा, वो पूरी कम्युनिटी नूं रिप्रजेंट करता है, उदों लगता है आर्टिकल दी। 12वां आ गया बिफोर अ प्रॉपर नाउन व्हेन इट इज यूज्ड एज कॉमन नाउन। वही चीज़ मैं तुहानूं पहलां दस रही सी, कालिदास इज सेड टू बी दी शेक्सपीयर ऑफ इंडिया। विराट कोहली इज नोन एज दी सचिन तेंदुलकर, द नेक्स्ट सचिन तेंदुलकर। मतलब जदों भी किसी बंदे नूं एक हाईयर एक आपां उहदे बारे गल करदे आ, कई होंगे जिवें कई रूलरस आ गए, उन्होंने हिटलर कहना, आप कहने आ तो दी हिटलर वांगू काम कर रहा है। मतलब उदों की हो गया, आप किसी को डिनोट कर रहे हैं किसी बंदे दे जिहड़ा फेमस रहा, उहदे नाल भी आर्टिकल दी लगेगा। 13 बिफोर अ मटीरियल नाउन, दी वीट ऑफ पंजाब, दी गोल्ड माइन। आ तुहाडे कोल एक मटीरियल नाउन आ गए जिन्होंने कॉमन नाउनस की तरह यूज करते हैं। सोना आ गया, कुछ भी आ गया, तुहाडे की आ गए, तुहाडे ट्रेट्स आ गए, तैनूं भी तुसीं यूज कर लोगे। आ तुहानूं मैं प्रॉपर नाउन पहला ही दसता है, जे नाम होवे रुचिका फिर कोई आर्टिकल नहीं लगेगा, नवजोत फिर नहीं लगेगा। लेकिन मैं कहां दी स्वीट रुचिका, द इनोसेंट, द स्टाइलिश कन्नी, द प्योर अवनी सिंह, कोई भी इदा का मैं नाम लै रही हाँ, ਉਹਦੇ अगे मैं कोई एब्सट्रैक्ट होंदा जिन्हों आप टच नहीं कर सकते। प्यार हो गया या कोई इमोशन, गुस्सा आना है, आपको नहीं पता, आप उन्होंने टच नहीं कर सकते। आ ਜਿਹੜੇ ਹੁੰਦੇ ਨੇ आ एब्सट्रैक्ट नाउन्स ਹੁੰਦੇ ਆ। ਜਦੋਂ मैं कहता द स्वीट तुसी अवनी कहता, द स्वीट अवनी मतलब अवनी एक हो गया नाम, वैसे अवनी के अगे द नहीं लगना सी, पर स्वीट लग गया ता करके दी आर्टिकल लग गया। उस तो बाद 15वां बिफोर एन एब्सट्रैक्ट नाउन व्हेन इट इज यूज्ड एज अ कॉमन नाउन। वही चीज़ है पुरानी वाली, मैं तुहानूं चीज़ां सारी दसती हैं। पोजीशन द फर्स्ट, द लास्ट, द नाइन्थ, किसी नंबर नूं स्पैसीफिक किया उदों भी द लगता है। सुपरलेटिव डिग्री होगी उदों भी द लगेगा। मतलब आ तुहाडे कम्युनिटी बारे हो गया, वही राजपूत, हिंदूज, जो भी आप किसी कम्युनिटी, द पंजाबी उदों आप दसता। फिर द बेस्ट, आही एब्सट्रैक्ट नाउन से पिछे। इत्थों तिक्कर आप जो चीज़ां पढ़िया ने जल्दी जल्दी रिवाइज कर लैंदे कि अपने 3 तरह के आर्टिकल्स होंगे हैं जिन्होंने आप डिटरमिनर्स भी कहते हैं। जो तुहानूं सेंटेंस चाहता कि इन्होंने डिटरमिनर्स के नाल भरो, ये स्पॉटिंग एरर लभो या फिर सेंटेंस नूं करो, कंप्लीट करो, तो अपने को 3 आर्टिकल्स आ गए, ए, एन ते दी। ए ते एन अपने हो गए इनडेफिनेट आर्टिकल्स, दी हो गया अपना डेफिनेट आर्टिकल। ठीक है, पहली इन्नी चीज़ याद होगी। उस तो बाद मैं दसिया सीगा ए लगता है कंसोनेंट साउंड दे नाल, एन लगता है थोड़ा वॉल साउंड दे नाल। वॉल्स किहड़े हुंदे सी, ए आई ई ओ यू, एंड दी साउंड्स चेक करनी है। आर मतलब भावें एच तो शुरू होंदा, एच साइलेंट है, तां करके एन आर। बॉय अ बॉय, अगर मैं कहां एलीफेंट एन एलीफेंट, ई दी साउंड आ जाती है। इस तरह आप कुछ चीज़ां ए ते एन बारे कीतियां। उस बाद तुहाडा आ गया आर्टिकल दी। जो दी आर्टिकल होंदा मतलब आप बहुत श्योर है किसी चीज़ बारे, किसी परसन के नाम अगे नहीं लगावांगे, पर अगर किसी परसन के अगे कोई स्वीट कोई इदां दी लाती चीज़ तो आप द ला देंगे। कोई भी फेमस रिवर ला लो, किताब ला लो, कोई भी चीज़ है जो मैं पक्की कहता, दिस मार्कर की जगह मैं कहता आ वाला मार्कर इत्थे रख दो, कीप द मार्कर ऑन द टेबल। जो मैं कोई चीज़ बारे पक्की होगी तो मैं दी लगाता। सुपरलेटिव डिग्री नाल मैं दी लगाता। तुहाडे मैं कोई भी तुसीं लगा लो, दो एक सेंटेंस है, 2 भागां च वंडिया होया सीगा, एक च कंपैरेटिव सीगा, पिछे भी कंपैरेटिव सीगा, तां भी आपां कंपेयर करने लई दी आर्टिकल लगाता। रिवर्स का नाम, ओशन का नाम, न्यूज़पेपर का नाम, आ सारी चीज़ां आपां हाल तक पढ़ियां जिथे आर्टिकल दी लगदा है। सन दे नाल दी लगेगा, मून दे नाल दी लगेगा, प्लैनेट्स के अगे कुछ नहीं लगेगा। हुण एक लास्ट पार्ट है जिथे कोई भी आर्टिकल नहीं लगना, वो आपां चैक करना है। जदों भी आपां, मैं तुहानूं ओही चीज़ दसी, जदों भी कोई बंदे का नाम आ जाता है उहदे अगे कोई भी आर्टिकल नहीं लगता। तुहाडा नाम नवजोत सिंह है या फिर तुसी अमृत ला लो, कोई भी नाम ला लो, रोहित, राम, श्याम, इन्हां दे अगे कोई आर्टिकल नहीं लगेगा। राम इज़ अ गुड बॉय, सिंपल, राम दे अगे कोई आर्टिकल नहीं है। गीता इज़ अ गुड गर्ल, गीता दे अगे कोई आर्टिकल नहीं है। कविता आ गया, कोई आर्टिकल नहीं आता। रूल नंबर 2 आ गया, जदों आ चीज़ तुसी बहुत इंपॉर्टेंट याद करनी है, जिहड़ी भी तुहाडी लैंग्वेजेस होंदियां ने, सब्जैक्ट हुंदे आ, अगर मैं कहां इंग्लिश इज़ माई फेवरेट लैंग्वेज, मैनू की पता तुसी इंग्लिश ये कि, अगर मैं कहां द इंग्लिश, एक इंग्लिश तो कहने आप सबजैक्ट लई, एक इन्ना जो है लोकां लई। जदों मैं किसी अगे द लगा दांगी, आई एम रेफरिंग टू द कम्युनिटी, मैं उन्होंने कम्युनिटी बारे गल कर रही हाँ, तां करके द आर्टिकल लग गया। पर मैं अगर सिंपल इंग्लिश, साइंस, मैथमैटिक्स इदा गल कर रही हाँ, उन्होंने अगे कोई आर्टिकल नहीं है, मतलब एज अ सबजैक्ट या लैंग्वेज गल कर रही हाँ। इफ आई से द इंग्लिश फॉट विद द फ्रेंच, मतलब इंग्लिश लोगों ने फ्रेंच के लोगों नाल लड़ाई की, मतलब कि आ गया वो लोगों लई है,
पर अगर सिंपल आ गया इंग्लिश इज माई फेवरेट लैंग्वेज, हिंदी इज माई फेवरेट लैंग्वेज, पंजाबी इज माई फेवरेट लैंग्वेज, तो वो चीज़ां आप लैंग्वेज लईआं, मैथमैटिक्स साइंस कोई भी चीज़ आगे दी आर्टिकल नहीं लगेगा। रूल नंबर 3 आ गया तुहाडा, no article is used before the name of relations, mother father, she is my mother, he is my father, she is my cousin, ਇਹਨਾਂ ਦੇ ਅੱਗੇ ਕੋਈ ਵੀ ਆਰਟੀਕਲ ਨਹੀਂ ਲੱਗਦਾ। ਦੀ ਮਦਰ ਨਹੀਂ ਹੁੰਦਾ, ਦੀ ਫਾਦਰ ਨਹੀਂ ਹੈ, ਕਿਉਂਕਿ ਹਰ ਇੱਕ ਦੇ ਡਿਫਰੈਂਟ ਪੈਰੈਂਟਸ ਆ ਜਾਂਦੇ ਆ, ਉਹਨਾਂ ਨੂੰ ਤੁਸੀਂ ਸਪੈਸੀਫਿਕ ਨਹੀਂ ਕਰ ਸਕਦੇ ਹੋ। ਜੇ ਤੁਸੀਂ ਚੀਜ਼ਾਂ ਨੂੰ ਸਪੈਸੀਫਿਕ ਨਹੀਂ ਕਰੋਗੇ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਦੀ ਆਰਟੀਕਲ ਨਹੀਂ ਲੱਗਦਾ, ਤਾਂ ਕੋਈ ਵੀ ਰਿਲੇਸ਼ਨਸ ਹੈ, ਬਲੱਡ ਰਿਲੇਸ਼ਨਸ ਹੈ, ਵਾਈਫ ਹੈ, ਹਸਬੈਂਡ ਹੈ, ਆਰਟੀਕਲ ਕੋਈ ਵੀ ਨਹੀਂ ਲੱਗੇਗਾ ਉਹਨਾਂ ਅੱਗੇ। फोर्थ आ जाता उसी तरह नाल, जिवें मैं कहां आई वेंट टू चर्च टुडे, आई वेंट टू गुरुद्वारा टुडे या टैंपल टुडे, कोई भी जगह है, मैं नाम नहीं लिखता, जब तक मैं उस चीज़ का नाम नहीं लाऊंगी मैं आर्टिकल दी नहीं लगा सकती, ता करके मैं की लगाऊंगी, कोई भी आर्टिकल नहीं लगाऊंगी। चर्च, हॉस्पिटल, टैंपल, स्कूल कोई भी है नाम हो जाता, दी आर्टिकल नहीं है नाम, कोई भी आर्टिकल नहीं लगेगा। नैक्सट आ गया तुहाडा नो आर्टिकल, प्लूरल नाउन दे अगे भी कोई आर्टिकल नहीं लगेगा, जिवें वूमन हु ड्रिंक, साइंटिस्ट, बिलीव इन रैशनल थिंकिंग, आ तुसीं यूज कर सकते हो, बहुत रेयरली रूल नंबर 5 पूछा जाता है पेपरां च। रूल नंबर 6 भी हो गया, ਜਿਹੜਾ सिंपल है प्रैपोजिशनल, अगर मैं तुहानूं कहनी है बाय डे, बाय ट्रेन, मैं बाय बस आई सी अज, मैं बाय कार आई सी अज, बाय दी कार नहीं होएगा, बाय दी ट्रेन नहीं होएगा। जे स्पॉटिंग एरर च क्वेश्चन पूछा जाएगा तो उहदे च आना नूं दिता जा सकदा बाय द ट्रेन, शी ट्रैवल्ड बाय द ट्रेन, बाय द ट्रेन गलत है, बाय ट्रेन हुंदा है, बाय कार हुंदा है। उस तरह नाल कोई भी आ तुहाडे वर्ब्स आ जांदे, एक लुक ले लेना बाय डे एंड नाइट, इन्हां दे अगे कोई भी आर्टिकल नहीं लगदा। 7th आ जांदा है वही आर्टिकल, कोई भी सिंगुलर, तुसीं सिर्फ रीड करने आर्टिकल्स, इन्हां च कोई ज़्यादा इंपॉर्टेंट नहीं है। फिर तुहाडा कोई भी आर्टिकल है जिहड़ा सब्जेक्ट, डॉक्टर APJ अब्दुल कलाम वॉज इलैक्टेड एज प्रेजिडेंट, सिंपल है, नाम दे अगे नहीं लगेगा, डेजिग्नेशन दे अगे दी प्रेसिडेंट नहीं लगेगा। अब बहुत बार गलती करते दी चेयरपर्सन, दी चेयरमैन ऐदा लगा देंगे हो, पर प्रेसिडेंट हो गया, चेयरमैन हो गया, कोई पोस्ट होगी, तुसी प्रिंसीपल हो गया, उहदे अगे कोई आर्टिकल नहीं लगाओगे। आ तुहाडे ब्रीफ च सीगा सारा आर्टिकल्स जो बेसिकली पंजाब दे कोई भी तुसी एग्जामिनेशन नूं टारगेट कर रहे हो, PSSSB हो गया या फिर तुसी टीचिंग का भी कोई एग्जाम है, उहदे विच जिहड़ा आर्टिकल्स हुंदा है वो तुहाडा आ सकता है इन टर्म्स ऑफ सेंटेंस कंप्लीशन, आ सकता है स्पॉटिंग एरर्स, आ सकता है फिल इन द ब्लैंक्स या डिटर्मिनर्स के बेसिस से भी आ सकता है। एक एक पोर्शन करके टारगेट करांगे ताकि ब्रीफली तुहानूं आइडिया हो जाए आर्टिकल्स किद्दां सीगे। हुण मैं तुहानूं स्टार्टिंग च दिखा देनी, आपां जो जो चीज़ां कवर कीतियां ने, पहलां आपां सिंपल चीज़ां दस्सियां ने, आर्टिकल्स किहड़े हुंदे आ, डेफिनेट इनडेफिनेट आर्टिकल्स तो याद होने चाहिए। फिर तुसी इन्हां तो एग्जाम्पल तुसी सिर्फ एक बार लुक ले लेना जो डॉक्यूमेंटेशन देखोगे, आ रूल्स तुहाडे लई सारे लिखे हुए ने 12-13 जिन्ने जिन्ने रूल्स ने जिहड़े इंपॉर्टेंट ने जिहड़े नहीं ने, वो मैं तुहानूं दसते हैं वीडियो च। एंड लास्ट ते तुहाडे वास्ते एक चीज़ है इंपॉर्टेंट कि जो भी तुसी आ टारगेट कर रहे हो क्विज, ਇਹਦੇ ਵਿੱਚ मैं तुहाडे वास्ते कुछ एक्सरसाइजेस पाईयां होईयां ने ते पिछे आंसर्स भी दिते हुए हैं तुहाडे वास्ते, ठीक है। 2 एक्सरसाइजेस ने, जिवें पहला आ गया आई सॉ डैश स्नेक इन डैश ग्रास, मैं एक स्नेक देखिया सी ग्रास दे विच, मतलब ग्रास पक्की है, आही ग्रास च देखिया सी, पर स्नेक तो कोई भी सीगा। आई सॉ अ स्नेक इन द ग्रास, इस नाल तुसीं फिल करके देखना ते अपने आप नूं चैक करना, डॉक्यूमेंटेशन डाउनलोड करना ना भुलना। एंड होपफुली तुहानूं आ आर्टिकल्स वाला जो भी पोर्शन आपां कीता है तुहानूं इंटरस्टिंग लगा होएगा। एंड नैक्सट लैक्चर आपां लैके आवांगे अलग पार्ट्स ऑफ स्पीच ते, एक एक करके पार्ट्स ऑफ स्पीच तुहाडे सारे रिवाइज हो जाणगे, तुहाडी ग्रामर दा जिन्ना भी कंसैप्ट है, टेंसेस जिन्ना तो भी तुहानूं डर लगदा, वो सारी चीज़ां कवर अप हो जाणगियां। सो मिलदे हां फिर द नैक्सट वीडियो तो, एंड ऑल द बेस्ट, टेक केयर एंड हैव अ नाइस डे, बाय बाय।